ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਤੀਜਾ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ। ਜੀ ਜੰਤ ਮਾਇਆ ਮੋਹਿ ਪਾਜੇ। ਦੂਜੈ ਭਾਏ ਪਰਪੰਚ ਲਾਗੇ। ਆਵੇ ਜਾਵੇ ਮਰੇ ਅਭਾਗੇ। ਸਤਿਗੁਰ ਭੇਟਿਆ ਸੋਝੀ ਪਾਏ। ਪਰਪੰਚ ਚੂਕੈ ਸੱਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਿਵਾਜ ਸ਼ਬਦ ਸਤਿਗੁਰੂ ਚਬਰ ਛਤਰ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੀ ਪਾਵਨ ਹਾਜ਼ਰੀ ਵਿੱਚ ਸੱਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਰਬੱਤ ਸੰਗਤ ਜੀਓ। ਆਪ ਸਰਬੱਤ ਸੰਗਤ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸੋ ਆਪ ਰਾਗੀ ਸਿੰਘਾਂ ਦੇ ਪਾਸੋਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸੋ ਹੁਣ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਕਥਾ ਆਰੰਭ ਹੋ ਰਹੀ ਹੈ, ਜੋ ਕਿ ਲੜੀ ਦੇ ਨਾਲ ਨੇਮ ਦੇ ਨਾਲ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਰੋਜ਼ ਹੀ ਆਪਾਂ ਕਰਨ ਦਾ ਯਤਨ ਕਰਦੇ ਹਾਂ। ਜਿਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਆਪ ਸਰਬੱਤ ਸੰਗਤ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਸਰਵਣ ਕਰਨ ਦਾ ਯਤਨ ਕਰੀਏ। ਗੱਜ ਕੇ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰਕੇ ਬਿਲਾਵਲ ਰਾਗ ਦੇ ਵਿੱਚ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ। ਆਦਿ ਕੀ ਹੈ, ਜੋ ਮੁੱਢ ਦੇ ਵਿੱਚ ਸਾਰਿਆਂ ਦਾ ਆਦਿ ਹੈ, ਸਾਰਿਆਂ ਦਾ ਮੁੱਢ ਹੈ, ਜੋ
ਪੁਰਖ ਜੋ ਪਰਮੇਸ਼ਰ ਹੈ, ਆਪ ਹੀ ਉਸਨੇ ਸਾਰੀ ਸ੍ਰਿਸ਼ਟੀ ਇਹ ਸਾਜੀ ਹੋਈ ਹੈ। ਜਿੰਨੇ ਜੀਵ ਜੰਤ ਨੇ ਇਹ ਪਰਮੇਸ਼ਰ ਨੇ ਸਾਜੀ ਹੋਈ ਹੈ। ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ। ਤਿਸ ਵਿੱਚ ਜੰਤਿ ਉਪਾਏ ਕਹੇ, ਦੇਖੈ ਥਾਪ ਉਥਾਪ। ਸਾਰਿਆਂ ਜੀਵਾਂ ਦੀ ਸਥਾਪਨਾ ਕਰਕੇ ਜੋ ਪਰਮੇਸ਼ਰ ਹੈ ਇਹ ਸ੍ਰਿਸ਼ਟੀ ਸਾਜ ਕਰਕੇ ਤੇ ਆਪ ਵੇਖ ਰਿਹਾ ਹੈ। ਆਪ ਕਾਰਨ ਕਰਤਾ ਕਰੈ, ਸ੍ਰਿਸ਼ਟ ਦੇਖੈ ਆਪ ਉਪਾਏ। ਆਪ ਹੀ ਸ੍ਰਿਸ਼ਟੀ ਪੈਦਾ ਕਰਕੇ ਆਪਣੇ ਤੋਂ ਪਰਮੇਸ਼ਰ ਤੇ ਆਪ ਵੇਖ ਰਿਹਾ ਹੈ। ਜੋ ਪਰਮੇਸ਼ਰ ਹੈ ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਵੀ ਆਪ ਹੈ। ਆਪ ਹੀ ਆਪਣੇ ਫੁਰਨੇ ਦੇ ਨਾਲ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਪਰਮੇਸ਼ਰ ਨੇ। ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ। ਆਪ ਹੀ ਸ੍ਰਿਸ਼ਟੀ ਪਰਮੇਸ਼ਰ ਨੇ ਸਾਰੀ ਇਹ ਪੈਦਾ ਕੀਤੀ ਹੈ। ਆਪ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਜੋ ਪਰਮੇਸ਼ਰ ਸਾਰਿਆਂ ਦਾ ਆਦ ਹੈ, ਸਾਰਿਆਂ ਦਾ ਮੁੱਢ ਹੈ। ਆਦ ਨਾਮ ਹੁੰਦਾ ਮੁੱਢ ਦਾ, ਆਦ ਨਾਮ ਹੁੰਦਾ ਪਹਿਲੋਂ ਦਾ। ਜੋ ਪਰਮੇਸ਼ਰ ਸਾਰੀ ਦਾ ਆਦ ਹੈ, ਮੁੱਢ ਹੈ, ਉਸ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ਸਾਜਣਾ ਕੀਤਾ ਏ। ਜੀ ਜੰਤ ਮਾਇਆ ਮੋਹਿ ਪਾਜੇ। ਫਿਰ ਉਸੇ ਪਰਮੇਸ਼ਰ ਨੇ ਇਹ ਸਾਰੇ ਜੋ ਜੀ ਜੰਤ ਨੇ ਇਹ ਮਾਇਆ ਦੇ ਵਿੱਚ ਪਾਏ ਹੋਏ ਆ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਆਪਣੀ ਮਾਇਆ ਆਪੇ ਪਰਮੇਸ਼ਰ ਨੇ ਪਸਾਰੀ ਹੋਈ ਹੈ ਤੇ ਆਪ ਹੀ ਵੇਖ ਰਿਹਾ ਹੈ। ਇਹ ਸਾਰੇ ਜੀ ਜੰਤ ਨੇ ਜੋ ਮਾਇਆ ਦੇ ਵਿੱਚ ਪਾਏ ਹੋਏ ਨੇ ਤੇ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਜੋ ਜਗਤ ਦਾ ਪਿਤਾ ਹੈ, ਆਪ ਜਗਤ ਦੇ ਮਾਲਕੋਂ ਜੀਵਾਂ ਨੇ ਮਾਇਆ ਵਿੱਚ ਲੱਗ ਕਰਕੇ ਤੇ ਆਪ ਜੀ ਨੂੰ ਭੁਲਾਇਆ ਹੋਇਆ ਹੈ। ਫਿਰ ਕੀ ਹੁੰਦਾ ਹੈ? ਬਾਝੋਂ ਗੁਰੂ ਅਚੇਤ ਹੈ, ਸਭ ਬਾਧੀ ਜਮਕਾਲ। ਗੁਰੂ ਦੇ ਬਾਝੋਂ ਕਿਸੇ ਪ੍ਰਕਾਰ ਕੋਈ ਚੇਤਨਾ ਨਹੀਂ, ਕਿਸੇ ਪ੍ਰਕਾਰ ਕੋਈ ਸੋਝੀ ਨਹੀਂ ਤੇ ਜਮਾਂ ਨੂੰ ਬੱਧਾ ਹੈ ਜੋ ਮਨੁੱਖ ਹੈ ਜਾਂਦਾ ਹੈ। ਆਪ ਹੀ ਪਰਮੇਸ਼ਰ ਨੇ ਮਾਇਆ ਲਾਈ ਹੋਈ। ਕੋਈ ਵੀ ਜੀਵ ਮਾਇਆ ਤੋਂ ਬਚਿਆ ਹੋਇਆ ਨਹੀਂ ਹੈ। ਭਗਤਾਂ ਨੇ ਵੀ ਬਾਣੀ ਵਿੱਚ ਬਚਨ ਕਹੇ ਨੇ ਕਿ ਸਾਰੇ ਜਿਹੜੇ ਜੀਵ ਜੰਤ ਨੇ ਉਹ ਮਾਇਆ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਕਿਹਾ ਕਿ ਜਲ ਮਹਿ ਮੀਨ ਮਾਇਆ ਕੇ ਵਿਧੇ। ਜਲ ਦੇ ਵਿੱਚ ਰਹਿਣ ਵਾਲੀਆਂ ਮੱਛੀਆਂ ਜਿਹੜੀਆਂ ਉਹਨਾਂ ਉੱਤੇ ਮਾਇਆ ਪਰਮੇਸ਼ਰ ਨੇ ਪਾਈ ਹੋਈ ਹੈ। ਦੀਪਕ ਪਤੰਗ ਮਾਇਆ ਮਹਿ ਛੇਦੇ। ਜਿਹੜਾ ਪਤੰਗਾ ਹੈ ਉਸ ਨੂੰ ਵੀ ਮਾਇਆ ਲਾਈ ਹੋਈ ਪਰਮੇਸ਼ਰ ਨੇ। ਕਾਮ ਮਾਇਆ ਕੁੰਚਰ ਕਉ ਵਿਆਪੈ। ਮੱਛੀ ਨੂੰ ਰਸਨਾ ਦਾ ਜਿਸ ਤਰ੍ਹਾਂ ਰੋਗ ਹੈ, ਭੌਰੇ ਨੂੰ ਦੀਪਕ ਦੀ ਲਾਟ ਦਾ ਰੋਗ ਹੈ, ਉਹਦੇ ਉੱਤੇ ਸੜ ਜਾਂਦਾ ਹੈ। ਹਾਥੀ ਜੋ ਹੈ ਕਾਮ ਦੇ ਦੁਆਰਾ ਮਾਇਆ ਵਿੱਚ ਗਰਸਿਆ ਹੋਇਆ ਹੈ। ਕਾਮ ਰੂਪੀ ਮਾਇਆ ਜੋ ਹੈ ਇਹ ਹਾਥੀ ਨੂੰ ਵਿਆਪ ਰਹੀ ਹੈ। ਭਯੰਗਮ ਭ੍ਰਿੰਗ ਮਾਇਆ ਮਹਿ ਖਾਪੇ। ਭਯੰਗਮ ਸੱਪ ਤੇ ਭ੍ਰਿੰਗ ਭੌਰੇ ਇਹ ਵੀ ਮਾਇਆ ਵਿੱਚ ਲੱਗ ਕਰਕੇ ਖਪ ਰਹੇ ਨੇ। ਮਾਇਆ ਐਸੀ ਮੋਹ ਦੀ ਭਾਈ ਜੇਤੇ ਜੀਤੇ ਤੇ ਡਹਕਾਈ। ਐਸੀ ਮਾਇਆ ਇਹ ਜੀਵਾਂ ਨੂੰ ਮੋਹ ਲੈਣ ਵਾਲੀ। ਜਿੰਨੇ ਜੀਵ ਨੇ ਸਾਰੇ ਮਾਇਆ ਵਿੱਚ ਡੱਕੋ ਡੋਲੇ ਖਾ ਰਹੇ ਨੇ।
ਪੰਖੀ ਮ੍ਰਿਗ ਮਾਇਆ ਮਹਿ ਰਾਤੇ। ਜਿੰਨੇ ਪਸ਼ੂ ਨੇ, ਜਿੰਨੇ ਪਹੀ ਨੇ, ਜਿੰਨੇ ਪੰਛੀ ਨੇ, ਜਿੰਨੇ ਪਸ਼ੂ ਨੇ ਮਾਇਆ ਵਿੱਚ ਰੱਤੇ ਹੋਏ ਨੇ। ਸਾਕਰ ਮਾਖੀ ਅਧਿਕ ਸੰਤਾਪੇ। ਜਿਸ ਤਰ੍ਹਾਂ ਮੱਖੀ ਨੂੰ ਮਿੱਠੇ ਦਾ ਰੋਗ ਹੈ, ਮਿੱਠੇ ਦੀ ਮਾਇਆ ਲੱਗੀ ਹੋਈ ਹੈ, ਮਿੱਠਾ। ਤੁਰੇ ਉਸ਼ਟ ਮਾਇਆ ਮਹਿ ਖੇਲਾ। ਸਾਰੇ ਜੋ ਨੇ ਮਾਇਆ ਵਿੱਚ ਲੱਗੇ। ਸਿੱਧ 84 ਮਾਇਆ ਮਹਿ ਖੇਲਾ। 6 ਜਤੀ ਮਾਇਆ ਕੇ ਬੰਦਾ। ਨਵੇਂ ਨਾਥ ਸੂਰਜ ਅਰ ਚੰਦਾ। ਤਪੇ ਰਖੀਸਰ ਮਾਇਆ ਮਹਿ ਰਾਤੇ। ਤਪੇ ਰਖੀਸਰ ਮਾਇਆ ਮਹਿ ਸੂਤਾ। ਮਾਇਆ ਮਹਿ ਕਾਲ ਅਰ ਪੰਚ ਦੂਤਾ। ਸੁਆਨ ਸਿਆਲ ਮਾਇਆ ਮਹਿ ਰਾਤਾ। ਬੰਤਰ ਚੀਤੇ ਅਰ ਸੰਘਾਤਾ। ਮਾਝਾਰ ਗਾਡਰ ਅਰ ਲੂਬਰਾ। ਬਿਰਖ ਮੂਲ ਮਾਇਆ ਮਹਿ ਪਰਾ। ਮਾਇਆ ਅੰਤਰ ਭੀਨੇ ਦੇਵ। ਸਾਗਰ ਇੰਦਰਾ ਅਰ ਤਰ ਧੇਵ। ਕਹੇ ਕਬੀਰ ਜਿਸ ਉਦਰ ਤਿਸ ਮਾਇਆ। ਤਬ ਛੂਟੇ ਜਬ ਸਾਧੂ ਪਾਇਆ। ਸਾਰਿਆਂ ਨੂੰ ਮਾਇਆ ਵਿਆਪ ਰਹੀ, ਜਿੰਨੇ ਜੀਵ ਜੰਤ ਨੇ। ਮਾਇਆ ਦੇ ਪ੍ਰਭਾਵ ਤੋਂ ਕੋਈ ਨਹੀਂ ਬਚਿਆ ਹੋਇਆ। ਸਾਰਿਆਂ ਨੂੰ ਮਾਇਆ ਲੱਗੀ ਹੋਈ। ਕੋਈ ਕਿਸੇ ਤਰੀਕੇ ਦੀ ਮਾਇਆ, ਕੋਈ ਕਿਸੇ ਤਰੀਕੇ ਦੇ ਨਾਲ ਲੱਗੀ ਹੋਈ ਹੈ। ਜਿੰਨੇ ਜੀਵ ਜੰਤ ਨੇ ਸਾਰੇ ਮਾਇਆ ਦੇ ਪ੍ਰਭਾਵ ਦੇ ਵਿੱਚ ਨੇ, ਕਿਉਂਕਿ ਮਾਇਆ ਤੋਂ ਜਗਤ ਦੀ ਪੈਦਾਵਾਰ ਹੋਈ ਹੈ। ਇਹ ਮਾਇਆ ਦੇ ਵਿੱਚ ਹੀ ਇਹ ਜੀਵ ਲੱਗਾ ਹੋਇਆ ਹੈ। ਮਾਇਆ ਭੁੱਲੇ ਸਿੱਧ ਫਿਰੇ। ਸਮਾਧ ਨਾ ਲੱਗੇ ਸੁਭਾਏ। ਮਾਇਆ ਦੇ ਵਿੱਚ ਸਿੱਧ ਵੀ ਭੁੱਲੇ ਹੋਏ ਨੇ। ਕਬੀਰ ਜੀ ਨੇ ਬਚਨ ਕਹੇ ਨੇ ਕਿ ਕਬੀਰ ਧਰਤੀ ਅਰ ਆਕਾਸ ਮਹਿ। ਦੋਏ ਤੂੰ ਬਰੀ ਆਬੱਧ। ਧਰਤੀ ਦੇ ਆਕਾਸ਼ ਦੇ ਵਿੱਚ ਦੋ ਨੇ ਤੈਨੂੰ ਭਰਿਆ ਹੈ, ਨਹੀਂ ਤੇ ਬਾਕੀ ਸਾਰਿਆਂ ਦਾ ਤੂੰ ਆਬਾਦੀ ਹੈ। ਬਾਕੀ ਸਾਰਿਆਂ ਨੂੰ ਆਪਣੇ ਪ੍ਰਭਾਵ ਦੇ ਵਿੱਚ ਤੂੰ ਲਿਆ ਹੋਇਆ ਹੈ। ਖਟ ਦਰਸ਼ਨ ਸੰਸੇ ਪਰੇ। ਅਰ 84 ਹੀ ਸਿੱਧ। 84 ਸਿੱਧ, ਸਿੱਧੀਆਂ ਲਾਉਣ ਵਾਲੇ, ਸ਼ਕਤੀਆਂ ਲਾਉਣ ਵਾਲੇ, ਕੋਈ ਤੇਰੇ ਪ੍ਰਭਾਵ ਦੇ ਥੱਲੇ ਨੇ। ਸ਼ਕਤੀਆਂ ਦੇ ਦੁਆਰਾ ਆਪਣੀ ਪੂਜਾ ਕਰਾਉਣੀ ਚਾਹੁੰਦੇ ਨੇ, ਮਾਇਆ ਪ੍ਰਾਪਤ ਕਰਦੇ ਨੇ। ਛਿਆਂ ਦਰਸ਼ਨਾਂ ਵਾਲੇ ਜੋਗੀ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਤੇ ਦਰਵੇਸ਼। ਛੇਵਾਂ ਜਾਮਾ ਵਿਪਰ ਕਾ ਜਾਮ ਹੈ ਮੀਨ ਨਾ ਮੇਖ। ਇਹ ਵੀ ਤੇਰੇ ਪ੍ਰਭਾਵ ਦੇ ਥੱਲੇ ਨੇ। ਸਾਰੇ ਜੋ ਸਿੱਧੀਆਂ ਲਾਉਣ ਵਾਲੇ ਉਹ ਵੀ ਤੇਰੇ ਪ੍ਰਭਾਵ ਦੇ ਥੱਲੇ ਨੇ। ਸਾਧੂ ਵੀ ਤੇਰੇ ਪ੍ਰਭਾਵ ਦੇ ਥੱਲੇ ਨੇ। ਸਾਧੂਆਂ ਨੂੰ ਵੀ ਇਹ ਮਨ ਦੇ ਵਿੱਚ ਲੱਗੀ ਹੋਈ ਮਾਇਆ ਕਿ ਸਾਡੀ ਕੁੱਲੀ ਚੰਗੀ ਹੋਣੀ ਚਾਹੀਦੀ ਹੈ, ਸਾਡੇ ਕੋਲ ਚੇਲੇ ਆਗਿਆਕਾਰੀ ਹੋਣੇ ਚਾਹੀਦੇ ਆ। ਜਿੰਨੇ ਵੀ ਜੀ ਸਾਰਿਆਂ ਤੇ ਤੇਰਾ ਪ੍ਰਭਾਵ ਪੈ ਰਿਹਾ ਹੈ। ਮਾਇਆ ਦੇ ਵਿੱਚ ਲੱਗੇ ਹੋਏ ਨੇ ਜੀਵ, ਤੇ ਮਾਇਆ ਦਾ ਪ੍ਰਭਾਵ ਜੋ ਹੈ, ਇਹ ਮਾਇਆ ਦਾ ਮੋਹ ਜੋ ਹੈ ਪਰਮੇਸ਼ਰ ਨੇ ਪਾਇਆ ਹੋਇਆ ਹੈ। ਮੋਹ ਇੰਨਾ ਪ੍ਰਬਲ ਹੈ, ਇਸ ਦੇ ਵਿੱਚੋਂ ਕਿਸੇ ਪ੍ਰਕਾਰ ਕੋਈ ਛੁਟਕਾਰਾ ਨਹੀਂ। ਪੰਕਜ ਮੋਹ ਪੱਗ ਨਹੀਂ ਚੱਲੈ। ਇੰਨਾ ਮਾਇਆ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ। ਮੋਹ ਰੂਪੀ ਚੱਕੜ ਦੇ ਵਿੱਚ ਪੈਰ ਨਹੀਂ ਪੁੱਟਿਆ ਜਾ ਰਿਹਾ। ਹਮ ਦੇਖਾ ਤਹ ਡੂਬੀ ਅਲੇ। ਸਾਰੇ ਜੀਵ ਜੰਤ ਜਿੰਨੇ ਵੀ ਨੇ, ਮਹਾਰਾਜ ਆਪ ਹੀ ਮਾਇਆ ਦੇ ਮੋਹ ਵਿੱਚ ਪਾਏ ਹੋਏ ਨੇ। ਮਾਇਆ ਦੇ ਪ੍ਰਭਾਵ ਦੇ ਥੱਲੇ ਮਹਾਰਾਜ ਆਪ ਜੀ ਨੇ ਕੀਤੇ ਹੋਏ ਨੇ। ਦੂਜੇ ਭਾਏ ਪਰਪੰਚ ਲਾਗੇ। ਦੁਆਇਸ਼ ਭਾਵਨਾ ਵਿੱਚ ਲੱਗ ਕਰਕੇ ਤੇ ਪਰਪੰਚ ਕਰਨ ਦੇ ਵਿੱਚ ਲੱਗੇ ਹੋਏ ਨੇ। ਪਰਪੰਚ ਹੁੰਦਾ ਵਾਲ ਛਲ ਕਰਨਾ, ਠੱਗੀ ਕਰਨੀ ਕਿਸੇ ਦੇ ਨਾਲ।
ਇਹ ਜੋ ਜੀਵ ਨੇ ਸਾਰੇ ਪ੍ਰਪੰਚ ਕਰਨ ਦੇ ਵਿੱਚ, ਵਾਲਛਲ ਕਰਨ ਦੇ ਵਿੱਚ ਲੱਗੇ ਹੋਏ ਨੇ, ਇਹ ਤਾਂ ਬਹੁ ਪ੍ਰਪੰਚ ਕਰ ਪਰ ਧਨ ਲਿਆ ਵਾ। ਜੋ ਜੀਵ ਨੇ ਬਹੁਤਾ ਪ੍ਰਪੰਚ ਕਰਕੇ, ਵਾਲਛਲ ਕਰਕੇ, ਝੂਠ ਬੋਲ ਕੇ ਕਈ ਤਰ੍ਹਾਂ ਦੇ ਤੇ ਪਰਾਇਆ ਧਨ ਆਪਣੇ ਘਰ ਨੂੰ ਲੈ ਆਉਂਦੇ ਆ, ਫਿਰ ਲਿਆ ਕਰਕੇ ਆਪ ਨਹੀਂ ਜੀਵ ਰੱਖਦਾ। ਕਹਿੰਦੇ ਸੁਤ ਦਾਰਾ ਪਹਿ ਆਨ ਲਟਾਵਾ, ਆ ਕਰਕੇ ਪੁੱਤਰਾਂ ਨੂੰ ਦੇ ਦਿੰਦਾ ਹੈ, ਇਸਤਰੀ ਨੂੰ ਦੇ ਦਿੰਦਾ ਹੈ, ਪਰ ਅੱਗੇ ਭਗਤਾਂ ਨੇ ਬਚਨ ਕਹੇ ਨੇ ਕਿ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਭੁੱਲ ਕਰਕੇ ਵੀ ਕਿਸੇ ਨਾਲ ਕਪਟ ਨਾ ਕਰ, ਵਾਲਛਲ ਨਾ ਕਰ, ਕਿਉਂਕਿ ਅੰਤ ਨਿਬੇਰਾ ਤੇਰੇ ਜੀ ਪਹਿਲ ਲੀਜੈ। ਅੰਤ ਦੇ ਮੌਕੇ ਤੇ ਜਦੋਂ ਹਿਸਾਬ ਕਿਤਾਬ ਦੇਣਾ ਪਿਆ, ਉਹ ਤੇਰੇ ਤੋਂ ਲਿਆ ਜਾਣਾ ਹੈ, ਤੇਰੀ ਜਿੰਦ ਤੋਂ ਲਿਆ ਜਾਣਾ ਹੈ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਉਸ ਮੌਕੇ ਤੇ। ਪਰ ਇਹ ਜੋ ਜੀਵ ਨੇ ਦਵੈਸ਼ ਭਾਵਨਾ ਵਿੱਚ ਲੱਗ ਕਰਕੇ ਤੇ ਵਾਲਛਲ ਕਰਨ ਦੇ ਵਿੱਚ ਲੱਗੇ ਹੋਏ ਨੇ, ਪਰਮੇਸ਼ਰ ਦਾ ਚੇਤਾ ਹੀ ਨਹੀਂ। ਪਰ ਪੰਚਵੇ ਆਪ ਰਹਿਆ ਮਨ ਦੋਏ, ਦਵੈਸ਼ ਭਾਵਨਾ ਵਿੱਚ ਲੱਗ ਕਰਕੇ ਤੇ ਮਨ ਦੇ ਵਿੱਚ ਵਾਲਛਲ ਸਾਰੀ ਦਿਹਾੜੀ ਸੁੱਝਦੇ ਰਹਿੰਦੇ ਆ। ਇਹਦੇ ਨਾਲ ਵੀ ਠੱਗੀ ਕਰ ਲਈ ਜਾਵੇ, ਇਹਦੇ ਨਾਲ ਵੀ ਛਲ ਕਰ ਲਿਆ ਜਾਵੇ, ਕਪਟ ਕਰ ਲਿਆ ਜਾਵੇ। ਫਿਰ ਨਾਰਾਇਣ ਕਰੇ ਸੋ ਹੋਏ, ਜੋ ਪਰਮੇਸ਼ਰ ਜਿਹਨੂੰ ਟਿਕਾਓ ਬਖਸ਼ਦਾ ਉਹਨੂੰ ਹੁੰਦਾ ਹੈ। ਪੱਪੇ ਪਾਰ ਨਾ ਪਵਹੀ ਮੂੜੇ, ਪਰਪੰਚ ਤੂੰ ਪਲਚ ਰਹਿਆ। ਮਹਾਰਾਜ ਕਹਿੰਦੇ ਮੂਰਖਾ ਤੇਰੇ ਤੋਂ ਪਾਰ ਨਹੀਂ ਲੰਘਿਆ ਜਾਣਾ, ਕਿਉਂ ਕਰਕੇ ਤੂੰ ਪਰਪੰਚ ਦੇ ਵਿੱਚ ਲੱਗਾ ਹੋਇਆ ਹੈ, ਵਾਲਛਲ ਕਰਨ ਦੇ ਵਿੱਚ ਲੱਗਾ ਹੋਇਆ ਹੈ। ਸੱਚਾ ਆਪ ਖਵਾਇਓ ਮੂੜੇ, ਇਹੋ ਸਿਰ ਤੇਰਾ ਲੇਖ ਪਿਆ, ਇਹ ਤੇਰੇ ਸਿਰ ਤੇ ਲੇਖ ਹੀ ਇਸ ਤਰ੍ਹਾਂ ਦਾ ਪਿਆ ਹੋਇਆ ਹੈ। ਤੂੰ ਪਰਪੰਚ ਕਰਨ ਦੇ ਵਿੱਚ, ਵਾਲਛਲ ਕਰਨ ਦੇ ਵਿੱਚ ਲੱਗਾ ਹੋਇਆ ਹੈ। ਦੂਜੇ ਭਾਏ ਪਰਪੰਚ ਲਾਗੇ, ਦਵੈਸ਼ ਭਾਵਨਾ ਵਿੱਚ ਲੱਗ ਕਰਕੇ ਜੋ ਜੀਵ ਨੇ ਪਰਪੰਚ ਕਰਨ ਦੇ ਵਿੱਚ, ਠੱਗੀ ਕਰਨ ਦੇ ਵਿੱਚ, ਵਾਲਛਲ ਕਰਨ ਦੇ ਵਿੱਚ ਲੱਗੇ ਹੋਏ ਨੇ, ਆਵੇ ਜਾਹੇ ਮਰੇ ਅਭਾਗੇ। ਫਿਰ ਕੀ ਹੁੰਦਾ ਹੈ? ਉਹ ਆਉਂਦੇ ਨੇ ਜਾਂਦੇ ਨੇ, ਮਰ ਕਰਕੇ ਜਾਂਦੇ ਨੇ, ਜੰਮ ਕਰਕੇ ਫੇਰ ਆਉਂਦੇ ਨੇ। ਖੋਟਿਆਂ ਭਾਗਾਂ ਵਾਲੇ ਨੇ ਉਹ ਜੀਵ, ਜਿਹੜੇ ਇਸ ਤਰ੍ਹਾਂ ਕਰਨ ਦੇ ਵਿੱਚ ਲੱਗੇ ਹੋਏ ਨੇ, ਪਰਪੰਚ ਦੇ ਵਿੱਚ ਵਾਲਛਲ ਕਰਨ ਦੇ ਵਿੱਚ ਲੱਗੇ ਹੋਏ ਨੇ, ਪਰਿਵਾਰ ਦੀ ਮੋਹ ਮਾਇਆ 'ਚ ਫਸੇ ਹੋਏ ਨੇ। ਪਰਪੰਚ ਨਾਮ ਸੰਸਾਰ ਦਾ ਵੀ ਹੈ, ਇਹ ਸੰਸਾਰ ਦੇ ਵਿੱਚ ਲੱਗੇ ਹੋਏ ਨੇ, ਸੰਸਾਰੀ ਧੰਦਿਆਂ ਵਿੱਚ ਖਚਿਤ ਹੋਏ ਨੇ ਤੇ ਪਰਮੇਸ਼ਰ ਦਾ ਚੇਤਾ ਹੀ ਭੁੱਲਾ ਹੋਇਆ ਹੈ। ਹੋਰਨਾਂ ਦੇ ਕੋਲੋਂ ਸੁਖ ਦੀ ਪ੍ਰਾਪਤੀ ਲੱਭ ਰਹੇ ਨੇ। ਬਿਨ ਸਤਿਗੁਰ ਜੋ ਦੂਜਾ ਲਾਗੇ, ਸਤਿਗੁਰੂ ਨੂੰ ਛੱਡ ਕਰਕੇ ਜੋ ਦੂਜੇ ਭਾਵਨਾ ਵਿੱਚ ਲੱਗੇ ਹੋਏ ਨੇ। ਆਵੇ ਜਾਹੇ ਭ੍ਰਮ ਮਰੇ ਅਭਾਗੇ, ਉਹ ਖੋਟਿਆਂ ਭਾਗਾਂ ਵਾਲੇ ਨੇ, ਆਉਂਦੇ ਨੇ ਜਾਂਦੇ ਨੇ, ਭਟਕਣਾ ਲੱਗੀ ਹੋਈ ਹੈ। ਉਹ ਤਾਂ ਆਵੇ ਝੂਠੇ ਜਾਹੇ ਪੀ ਝੂਠੇ, ਝੂਠੇ ਮਰੇ ਅਭਾਗਾ, ਅਪਵਿੱਤਰ ਹੀ ਇਹ ਸੰਸਾਰ ਤੇ ਆਉਂਦੇ ਨੇ ਤੇ ਅਪਵਿੱਤਰ ਹੀ ਇੱਥੋਂ ਚਲੇ ਜਾਂਦੇ ਨੇ ਤੇ ਅਪਵਿੱਤਰ ਹੋ ਕਰਕੇ ਹੀ ਮਰਦੇ ਨੇ। ਕਿਸੇ ਪ੍ਰਕਾਰ ਸੁੱਚ ਧਾਰਨ ਹੀ ਨਹੀਂ ਕੀਤੀ, ਮਨ ਨੂੰ ਸੁੱਚਾ ਕਰਨ ਦਾ ਯਤਨ ਹੀ ਨਹੀਂ ਕੀਤਾ, ਪਰਮੇਸ਼ਰ ਦੀ ਸੇਵਾ ਦੇ ਵਿੱਚ ਲੱਗੇ ਹੀ ਨਹੀਂ। ਤੇ ਜਦੋਂ ਸੇਵਾ ਵਿੱਚ ਨਹੀਂ ਲੱਗੇ ਤੇ ਫਿਰ ਭਾਗ ਕਿੱਥੋਂ ਚੰਗੇ ਹੋਣੇ ਸੀ। ਹਰ ਸੇਵਾ ਬਿਨ ਇਹ ਫਲ ਲਾਗੈ, ਹਰੀ ਪਰਮੇਸ਼ਰ ਦੀ ਸੇਵਾ ਤੋਂ ਬਿਨਾਂ ਇਹੋ ਫਲ ਪ੍ਰਾਪਤ ਹੋਣਾ ਹੈ ਕਿ
ਮਹਾਰਾਜ ਕਹਿੰਦੇ ਨਾਨਕ ਪ੍ਰਭ ਬਿਸਰਤ ਮਰ ਜੰਮੇ ਅਭਾਗੇ। ਪਰਮੇਸ਼ਰ ਵਿਸਰਿਆ ਹੋਇਆ ਹੈ ਤੇ ਖੋਟਿਆਂ ਭਾਗਾਂ ਵਾਲੇ ਮਰਦੇ ਨੇ, ਜੰਮਦੇ ਨੇ, ਇਸੇ ਚੱਕਰ ਵਿੱਚ ਹੀ ਪਏ ਹੋਏ ਨੇ। ਕਿਉਂਕਿ ਸਾਧੂਆਂ ਦੀ ਸੰਗਤ, ਭਲੇ ਪੁਰਸ਼ਾਂ ਦੀ ਸੰਗਤ ਕੀਤੀ ਨਹੀਂ, ਭਾਗ ਨਹੀਂ ਸੀ ਚੰਗੇ। ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰ ਨਾ ਪੀਜੈ। ਉਹ ਸਾਧੂਆਂ ਦੀ ਧੂੜੀ ਦੀ ਉਹਨਾਂ ਨੂੰ ਪ੍ਰਾਪਤ ਹੁੰਦੀ। ਉਹ ਤਾਂ ਤ੍ਰਿਸ਼ਨਾ ਜਲਤ ਜਲਤ ਨਹੀਂ ਬੁੱਝੇ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਨੇ, ਸੜੀ ਜਾ ਰਹੇ ਨੇ, ਬੁੱਝਦੇ ਨਹੀਂ ਗੇ, ਜਾਣਦੇ ਹੀ ਨਹੀਂ ਕਿ ਸੇਵਾ ਕਰਨੀ ਹੈ। ਫਿਰ ਕੀ ਹੁੰਦਾ, ਡੰਡ ਧਰਮਰਾਏ ਕਾ ਲੀਜੈ। ਧਰਮਰਾਏ ਦੇ ਡੰਡੇ ਸਹਾਰਨੇ ਪੈਂਦੇ ਆ, ਜਮਾਂ ਦਾ ਡੰਡਾ ਸਹਾਰਨਾ ਪੈਂਦਾ ਏ। ਜਮ ਡੰਡਾ ਗਲ ਸੰਗਲ ਪੜਿਆ, ਜਾਸੀ ਜੰਪੁਰ ਵਾਧਾ ਤਾ। ਉਹ ਤਾਂ ਖੋਟਿਆਂ ਭਾਗਾਂ ਵਾਲੇ ਇਹ ਸੰਸਾਰ ਤੇ ਆਉਂਦੇ ਨੇ, ਜਾਂਦੇ ਨੇ, ਮਰਦੇ ਨੇ, ਜੰਮਦੇ ਨੇ, ਇਸੇ ਚੱਕਰ ਵਿੱਚ ਹੀ ਪੈ ਰਹਿੰਦੇ ਨੇ। ਸਤਿਗੁਰ ਭੇਟਿਆ ਸੋਝੀ ਪਾਏ। ਜਦੋਂ ਪੂਰੇ ਸਤਿਗੁਰੂ ਜੀ ਮਿਲਦੇ ਨੇ ਤੇ ਤਾਂ ਸੋਝੀ ਹੁੰਦੀ ਹੈ। ਤਾਂ ਸਤਿਗੁਰੂ ਜੀ ਕਿਰਪਾ ਕਰਕੇ ਦੱਸਦੇ ਨੇ ਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਇਸ ਸੰਸਾਰ ਦੇ ਵਿੱਚ ਲਾਹਾ ਲੈਣ ਦੇ ਵਾਸਤੇ ਆਇਆ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਵਿੱਚ ਹੀ ਹੋਵੇ ਮੁਕਤ। ਜਦੋਂ ਸਤਿਗੁਰੂ ਜੀ ਮਿਲ ਤਾਂ ਇਹ ਸੋਝੀ ਪੈਂਦੀ ਹੈ, ਤਾਂ ਇਸ ਗੱਲ ਦਾ ਪਤਾ ਲੱਗਦਾ ਹੈ। ਸਤਿਗੁਰ ਭੇਟਿਆ ਮਨ ਮਰ ਰਹਿ, ਹਰ ਨਾਮ ਵਸੈ ਮਨ ਆਏ। ਜਦੋਂ ਸਤਿਗੁਰੂ ਜੀ ਮਿਲਦੇ ਨੇ ਤਾਂ ਜਿਹੜਾ ਮਨ ਹੈ ਇਹ ਸੰਸਾਰ ਦੇ ਵੱਲੋਂ ਮਰਦਾ ਮੁੜਦਾ ਹੈ, ਤੇ ਹਰੀ ਦਾ ਨਾਮ ਜਿਹੜਾ ਤਾਂ ਵਸਦਾ ਮਨ ਦੇ ਵਿੱਚ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਹਰੀ ਦਾ ਨਾਮ ਫਿਰ ਮਨ ਦੇ ਵਿੱਚ ਆ ਕਰਕੇ ਵਸਦਾ ਹੈ। ਫਿਰ ਕਹਿੰਦੇ ਤਿਸ ਕੀ ਕੀਮਤ ਨਾ ਪਵੇ, ਕਹਿਣਾ ਕਛੂ ਨਾ ਜਾਏ। ਫਿਰ ਹਰੀ ਦੇ ਨਾਮ ਦਾ ਇੰਨਾ ਭਾਰੀ ਸੁੱਖ ਪ੍ਰਾਪਤ ਹੁੰਦਾ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਨਾ ਦੱਸੇ ਜਾ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਕੇ ਜਦੋਂ ਮਿਲਦੇ ਨੇ ਉਹ ਸਮਝਾਉਂਦੇ ਨੇ, ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਵਿਰਲਾ ਬੂਝੇ ਕੋਈ। ਕੋਈ ਕੋਈ ਜਿਹੜੇ ਗੁਰਮੁਖ ਨੇ ਵਿਰਲੇ ਉਹ ਬੁੱਝਦੇ ਨੇ, ਉਹਨਾਂ ਨੂੰ ਸਤਿਗੁਰੂ ਜੀ ਮਿਲਦੇ ਨੇ, ਸਾਰੀ ਸੋਝੀ ਆਉਂਦੀ ਹੈ। ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਇਹ ਸਤਿਗੁਰੂ ਜੀ ਕਿਰਪਾ ਕਰਕੇ ਦੱਸਦੇ ਨੇ ਕਿ ਇਸ ਪ੍ਰਪੰਚ ਦੇ ਵਿੱਚ, ਸੰਸਾਰ ਦੇ ਵਿੱਚ ਸੱਚੇ ਨਾਮ ਦੀ ਵਡਿਆਈ ਹੈ। ਹੋਰ ਮਤਾਂ ਕੋਈ ਆਪਣੇ ਪਦਾਰਥਾਂ ਦਾ ਹੰਕਾਰ ਕਰੇ, ਮਤਾਂ ਕੀ ਆਪਣੀ ਸਿਆਣਪ ਦਾ ਹੰਕਾਰ ਕਰੇ ਕਿ ਮੈਂ ਬੜਾ ਸਿਆਣਾ ਹੈ, ਮੇਰੇ ਕੋਲ ਬੜੀ ਮਾਇਆ ਹੈ। ਇਹ ਸਤਿਗੁਰੂ ਜੀ ਜਦੋਂ ਮਿਲਦੇ ਨੇ, ਸਤਿਗੁਰਾਂ ਦੀ ਪ੍ਰਾਪਤੀ ਹੋਣ ਦੇ ਨਾਲ ਸੋਝੀ ਪੈਂਦੀ ਹੈ, ਆਤਮਾ ਦੀ ਗਿਆਤ ਹੁੰਦੀ ਹੈ। ਪਰਪੰਚ ਮੋਹ ਬੇਕਾਰ ਥਾਕੈ, ਕੂੜ ਕਪਟ ਨਾ ਦੋਈ। ਸਤਿਗੁਰਾਂ ਦੇ ਮਿਲਣ ਦੇ ਨਾਲ ਸਾਰੀ ਸੋਝੀ ਪੈਂਦੀ ਹੈ, ਨਾਮ ਦੀ ਸੋਝੀ ਆਉਂਦੀ ਹੈ। ਪਰਪੰਚ ਚੂਕੈ ਸੱਚ ਸਮਾਏ। ਉਹਨਾਂ ਦੇ ਫਿਰ ਸਾਰਾ ਜਿਹੜਾ ਪ੍ਰਪੰਚ ਹੈ ਇਹ ਚੁੱਕੀਏ ਖਤਮ ਹੋ ਜਾਂਦੇ ਆ, ਵਾਲਛਾਲ ਦੁਨੀਆ ਦੇ ਨਾਲ ਕਰਨੇ ਉਹ ਛੱਡ ਦਿੰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਵਾਲਛਾਲ ਕਰਨ ਦੇ ਨਾਲ ਉਲਟਾ ਬੰਧਨਾਂ ਦੇ ਵਿੱਚ ਪਵਾਂਗੇ, ਕਿਉਂਕਿ ਮਾਇਆ ਦੇ ਨਾਲ ਜਾਣ ਵਾਲੀ ਨਹੀਂ।
ਉਹ ਫਿਰ ਸੱਚੇ ਨਾਮ ਦੇ ਵਿੱਚ ਸਮਾਉਂਦੇ ਨੇ। ਉਹ ਫਿਰ ਸੱਚੇ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹਨਾਂ ਦੀ ਫਿਰ ਜੋ ਜੋਤ ਹੈ ਪਰਮੇਸ਼ਰ ਦੇ ਵਿੱਚ ਸਮਾ ਜਾਂਦੀ ਹੈ। ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ, ਮਨ ਨੂੰ ਰੰਗ ਕਰਕੇ ਤੇ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ, ਕੋਈ ਭੇਦ ਨਹੀਂ ਰਹਿ ਜਾਂਦਾ। ਪਰ ਪੰਚ ਚੂਕੈ ਸੱਚ ਸਮਾਇਓ, ਵਾਲਛਲ ਜਿਹੜੇ ਸਾਰੇ ਖਤਮ ਕਰ ਦਿੰਦੇ ਆ, ਵਾਲਛਲ ਮਨ ਦੇ ਵਿੱਚੋਂ ਕੱਢ ਦਿੰਦੇ ਆ। ਉਹ ਤਾਂ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਮਨ ਨੂੰ ਐ ਸਾਫ਼ ਕਰ ਲੈਂਦੇ ਆ। ਪਰਮੇਸ਼ਰ ਦਾ ਨਾਮ ਜਪ ਕਰਕੇ ਇਹ ਸੱਚੇ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ, ਅਭੇਦ ਹੋ ਜਾਂਦੇ ਨੇ। ਜਾਂ ਕੈ ਮਸਤਕ ਲਿਖਿਆ ਲੇਖ, ਤੇ ਕੌਣ ਸਮਾਉਂਦੇ ਨੇ? ਕਿਹਨਾਂ ਦਾ ਜੋ ਪ੍ਰਪੰਚ ਹੈ ਖਤਮ ਹੁੰਦਾ ਹੈ। ਜਾਂ ਕੈ ਮਸਤਕ ਲਿਖਿਆ ਲੇਖ, ਜਿਨ੍ਹਾਂ ਦੇ ਮੱਥੇ ਦੇ ਉੱਤੇ ਪਰਮੇਸ਼ਰ ਨੇ ਚੰਗਾ ਲੇਖ ਲਿਖਿਆ ਹੋਇਆ ਹੈ, ਧੁਰੋਂ ਹੀ ਚੰਗੇ ਲੇਖ ਲਿਖ ਦਿੱਤੇ ਨੇ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਉਹਨਾਂ ਨੇ ਸਤ ਸੰਗਤ ਪ੍ਰਾਪਤ ਕੀਤੀ ਹੈ, ਨਾਮ ਦੀ ਪ੍ਰਾਪਤੀ ਕੀਤੀ ਹੈ, ਜਿਨ੍ਹਾਂ ਦੇ ਮਸਤਕ ਦੇ ਉੱਤੇ ਪਰਮੇਸ਼ਰ ਨੇ ਸ਼ੁਭ ਲੇਖ ਲਿਖਿਆ ਹੋਇਆ ਹੈ। ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ। ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਰ ਨੇ ਚੰਗਾ ਲੇਖ ਲਿਖਿਆ ਹੋਇਆ, ਧੁਰ ਤੋਂ ਹੀ ਸ਼ੁਭ ਲੇਖ ਲਿਖਿਆ ਹੋਇਆ ਹੈ। ਤਾਂ ਕੈ ਮਨ ਵਸਿਆ ਪ੍ਰਭ ਏਕ, ਉਹਨਾਂ ਦੇ ਵਿੱਚ ਇੱਕ, ਉਹਨਾਂ ਦੇ ਮਨ ਦੇ ਵਿੱਚ ਇੱਕ ਪਰਮੇਸ਼ਰ ਅਕਾਲ ਪੁਰਖ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ, ਉਹ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੋਇਆ ਹੈ। ਨਾਨਕ ਨਾਮ ਮਿਲਿਆ ਤਿਨ ਜਨ ਕਉ, ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਜਿਨ੍ਹਾਂ ਦੇ ਮੱਥੇ ਉੱਤੇ ਧੁਰ ਤੋਂ ਹੀ ਲੇਖ ਲਿਖਿਆ ਹੈ, ਉਹਨਾਂ ਦੇ ਪਰਮੇਸ਼ਰ ਦੇ ਜਿਹੜਾ ਮਨ ਦੇ ਵਿੱਚ ਪਰਮੇਸ਼ਰ ਵਸਿਆ ਹੈ, ਇੱਕ ਪਰਮੇਸ਼ਰ ਅਕਾਲ ਪੁਰਖ, ਉਸ ਦੀ ਉਹਨਾਂ ਨੇ ਆਸ ਤੱਕੀ ਹੋਈ ਹੈ ਕਿ ਇੱਕੋ ਬਾਣੀ ਇੱਕ ਗੁਰ, ਇੱਕੋ ਨਾਮ ਆਧਾਰ, ਇੱਕ ਸਕਾਮੰਦ ਆਸਰਾ। ਉਹਨਾਂ ਨੂੰ ਪਤਾ ਕਿ ਇੱਕ ਹੀ ਪਰਮੇਸ਼ਰ ਹੈ ਜੋ ਬਾਣੀ ਸਰੂਪ ਹੈ, ਇੱਕੋ ਹੀ ਸਾਰਿਆਂ ਦਾ ਆਸਰਾ ਹੈ। ਉਹ ਜੋ ਸੱਚਾ ਪਰਮੇਸ਼ਰ ਹੈ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੋਇਆ ਹੈ। ਉਹਨਾਂ ਦੇ ਮਨ ਦੇ ਵਿੱਚ ਸਾਖਿਆਤ ਰੂਪ ਦੇ ਵਿੱਚ ਪ੍ਰਗਟ ਹੋ ਗਿਆ ਹੈ। ਜਿਨ੍ਹਾਂ ਦੇ ਧੁਰ ਤੋਂ ਹੀ ਚੰਗੇ ਲੇਖ ਲਿਖੇ ਹੋਏ ਨੇ ਪਰਮੇਸ਼ਰ ਨੇ, ਉਹਨਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਪਰਮੇਸ਼ਰ ਵਸਿਆ ਹੋਇਆ। ਰਹਾਉ ਸ੍ਰਿਸ਼ਟ ਉਪਾਏ ਆਪੇ ਸਭ ਵੇਖੈ, ਆਪ ਹੀ ਪਰਮੇਸ਼ਰ ਨੇ ਇਸ ਦੁਨੀਆ ਨੂੰ ਪੈਦਾ ਕੀਤਾ ਹੈ ਤੇ ਆਪ ਹੀ ਸਾਰਿਆਂ ਨੂੰ ਵੇਖ ਰਿਹਾ ਹੈ। ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ, ਤੁਧ ਸੰਸਾਰਿਓ ਪਾਇਆ ਸਿਰੈ ਸਿਰ ਧੰਦਾ ਲਾਇਆ। ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਆਪ ਹੀ ਪਰਮੇਸ਼ਰ ਸ੍ਰਿਸ਼ਟ ਨੂੰ ਪੈਦਾ ਕਰਕੇ ਤੇ ਵੇਖ ਰਿਹਾ ਹੈ, ਆਪ ਹੀ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ, ਥਾਂ ਪਰ ਥਾਂ ਸਾਰਿਆਂ ਨੂੰ ਰੋਜੀ ਰੋਟੀ ਦੇ ਰਿਹਾ ਹੈ। ਕੋਈ ਨਾ ਮੇਟਾ ਤੇਰਾ ਲੇਖਾ, ਕੋਈ ਨਾ ਮੇਟਾ। ਮਹਾਰਾਜ ਜੋ ਆਪ ਜੀ ਨੇ ਲੇਖ ਲਿਖੇ ਹੋਏ ਨਾ ਮੱਥੇ ਤੇ, ਉਹ ਕੋਈ ਨਹੀਂ ਮੇਟ ਸਕਦਾ। ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਪਰਮੇਸ਼ਰ ਨੇ ਲੇਖ ਲਿਖਿਆ ਹੋਇਆ ਮੱਥੇ ਤੇ, ਉਹ ਭੋਗਣਾ ਪਵੇਗਾ। ਉਹਨਾਂ ਨੂੰ ਕੋਈ ਮਿਟਣ ਵਾਲਾ ਨਹੀਂ ਹੈ।
ਕਿਸੇ ਦੇ ਕੋਲ ਸਮਰੱਥਾ ਨਹੀਂ ਹੈ ਕਿ ਪਰਮੇਸ਼ਰ ਦੇ ਲਿਖੇ ਹੋਏ ਲੇਖਾਂ ਨੂੰ ਮੇਟ ਦੇਵੇ। ਪੂਰਬਲੋ ਕ੍ਰਿਤ ਕਰਮ ਨਾ ਮਿਟੇਰੀ ਘਰ ਗੇਹਣ, ਤਾਂ ਤੇ ਮੋਹ ਜਾਪੀ ਲੈ ਰਾਮ ਚੇ ਨਾਮੰ। ਭਗਤ ਤਰਲੋਚਨ ਨੇ ਬਚਨ ਕਹੇ ਸੀ ਕਿ ਐ ਮੇਰੀ ਇਸਤਰੀ ਆਪਣੀ ਧਰਮ ਪਤਨੀ ਨੂੰ ਕਿ ਜਿਹੜੇ ਪੂਰਬਲੇ ਕਰਮਾਂ ਦੇ ਲਿਖੇ ਹੋਏ ਜੋ ਲੇਖ ਨੇ ਉਹ ਕਦੀ ਵਾਸਤੇ ਮਿਟਦੇ ਨਹੀਂ। ਇਸ ਕਰਕੇ ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਕਰ। ਜੋ ਪਰਮੇਸ਼ਰ ਨੇ ਮੱਥੇ ਉੱਤੇ ਲੇਖ ਲਿਖ ਦਿੱਤਾ ਹੈ ਇਹ ਭੋਗਣਾ ਹੀ ਪਵੇਗਾ। ਕਿਸੇ ਦੇ ਕੋਲ ਸਮਰੱਥਾ ਨਹੀਂ ਹੈ ਕਿ ਉਹ ਪਰਮੇਸ਼ਰ ਦੇ ਲਿਖੇ ਹੋਏ ਲੇਖਾਂ ਨੂੰ ਮੇਟ ਦੇਵੇ। ਹਾਂ, ਸਤਿਗੁਰਾਂ ਦੇ ਕੋਲ ਕਿਰਪਾ ਹੈ। ਸਤਿਗੁਰੂ ਜੀ ਕਿਰਪਾ ਕਰਕੇ ਤੇ ਉਹਨਾਂ ਲੇਖਾਂ ਨੂੰ ਸੌਖੇ ਤਰੀਕੇ ਦੇ ਨਾਲ, ਸੁਖੈਨ ਤਰੀਕੇ ਦੇ ਨਾਲ ਭੁਗਤਾ ਦਿੰਦੇ ਨੇ। ਜਿਸ ਤਰ੍ਹਾਂ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਰਾਜੇ ਦਾ ਜੋ ਲੇਖ ਸੀ, ਚੰਡਾਲਾਂ ਦੇ ਘਰ ਦੇ ਵਿੱਚ ਜਨਮ ਹੋਣਾ ਸੀ, ਉਹ ਸੁਪਨੇ ਦੇ ਵਿੱਚ ਹੀ ਕੱਟ ਦਿੱਤਾ ਸੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਮੀਰ ਦਾ 100 ਜਨਮ ਸੀ ਜੋ ਉਹ ਸੁਪਨੇ ਦੇ ਵਿੱਚ ਹੀ ਭੁਗਤਾ ਦੇਣਾ ਕੀਤਾ ਸੀ। ਸਤਿਗੁਰੂ ਜੀ ਕਿਰਪਾ ਕਰਕੇ ਲੇਖਾਂ ਨੂੰ ਮਿਟਦੇ ਕਿਉਂ? ਕਰਕੇ ਗੁਰ ਪਰਮੇਸ਼ਰ ਏਕੋ ਜਾਣ। ਜੋ ਗੁਰੂ ਹੈ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਆਪ ਲਿਖੇ ਹੋਏ ਲੇਖ ਨੂੰ ਆਪ ਉਹ ਮਿਟਾ ਸਕਦਾ, ਆਪ ਉਹ ਭੁਗਤਾ ਸਕਦਾ ਹੈ। ਹੋਰ ਦੂਸਰੇ ਕਿਸੇ ਦੇ ਕੋਲ ਪਾਵਰ ਨਹੀਂ ਹੈ। ਜੇ ਕੋਈ ਗੁਰੂ ਨੂੰ ਆਣ ਕਰਕੇ ਨਮਸਕਾਰ ਕਰੇ, ਗੁਰਾਂ ਦੀ ਸ਼ਰਨ ਗ੍ਰਹਿਣ ਕਰੇ, ਉਸ ਦੇ ਲੇਖ ਤਾਂ ਭਾਵੇਂ ਮਿਟ ਜਾਣ, ਹੋਰ ਕਿਸੇ ਦੇ ਕੋਲ ਸਮਰੱਥਾ ਨਹੀਂ ਹੈ। ਕਿਸੇ ਦੇਵੀ ਦੇਵਤੇ ਦੇ ਕੋਲ ਕਿ ਉਹ ਲਿਖੇ ਹੋਏ ਲੇਖਾਂ ਨੂੰ ਮਿਟਾ ਦੇਵੇ। ਹੁਣ ਮਹਾਰਾਜ ਜੀ ਕਹਿ ਰਹੇ ਕੋਈ ਨਾ ਮੇਟਾ ਤੇਰਾ ਲੇਖਾ ਹੈ। ਤੇਰੇ ਲਿਖੇ ਹੋਏ ਜੋ ਲੇਖ ਨੇ ਉਹ ਕੋਈ ਮੇਟ ਨਹੀਂ ਸਕਦਾ, ਕੋਈ ਬੁਝਾ ਨਹੀਂ ਸਕਦਾ, ਉਹ ਭੋਗਣੇ ਪੈਣਗੇ। ਭੋਗਣ ਤੋਂ ਬਿਨਾ ਕਦੀ ਵਾਸਤੇ ਉਹਨਾਂ ਦਾ ਲੇਖਾ ਨਿਬੜੇਗਾ ਨਹੀਂ। ਸਿੱਧ ਸਾਧਕ ਜੇ ਕੋ ਕਹੈ ਕਹਾਏ, ਸਿੱਧ ਕੀਏ ਸਿੱਧੀਆਂ ਲਾਉਣ ਵਾਲੇ, ਸਾਧਕ ਕੀਏ ਸਾਧਨਾ ਕਰਨ ਵਾਲੇ। ਜੇ ਕੋਈ ਕਹੇ ਕਿ ਮੈਂ ਬੜਾ ਤਪਸਵੀ ਹਾਂ, ਮੈਂ ਬੜਾ ਪ੍ਰਤਾਪੀ ਹਾਂ, ਕਹਾਵੇ ਉਸਦੇ ਚੇਲਿਆਂ ਤੋਂ ਵੀ ਕਹਾਵੇ ਆਪਦਿਆਂ ਕਿ ਦੱਸੋ ਜਾ ਕਰਕੇ ਮੇਰਾ ਪ੍ਰਚਾਰ ਕਰੋ ਕਿ ਮੈਂ ਬੜੀਆਂ ਸਿੱਧੀਆਂ ਲਾਉਣ ਵਾਲਾ ਹਾਂ, ਬੜੀਆਂ ਸ਼ਕਤੀਆਂ ਦਾ ਮਾਲਕ ਹਾਂ। ਉਹ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਇਸ ਤਰ੍ਹਾਂ ਦੇ ਭੇਖ ਦਿਖਾ ਕਰਕੇ ਲੋਕਾਂ ਨੂੰ ਤੇ ਵਸ ਕਰ ਸਕਦਾ ਹੈ, ਪਰ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ। ਅੰਤ ਦੇ ਮੌਕੇ ਤੇ ਕਾਲ ਦੀ ਛੁਰੀ ਦੇ ਨਾਲ ਕੱਟਿਆ ਜਾਵੇਗਾ, ਨਰਕਾਂ ਵਿੱਚ ਵਾਸਾ ਹੋਵੇਗਾ। ਜੇ ਕੋਈ ਸਿੱਧੀਆਂ ਪ੍ਰਾਪਤ ਕਰਕੇ ਸਾਧਨਾ ਕਰਕੇ ਇਹ ਹੰਕਾਰ ਕਰੇ, ਆਪਣੇ ਆਪ ਨੂੰ ਕਹਾਵੇ ਵੱਡਾ ਕਿ ਮੈਂ ਸਾਰਿਆਂ ਤੋਂ ਵੱਡਾ ਹਾਂ, ਫਿਰ ਭਰਮੇ ਭੂਲਾ ਆਵੈ ਜਾਏ। ਮਹਾਰਾਜ ਕਹਿੰਦੇ ਉਹ ਭਰਮ ਦੇ ਵਿੱਚ ਭੁੱਲਾ ਆਇਆ ਹੈ, ਭੁਲੇਖਾ ਇਸ ਗੱਲ ਦਾ ਉਹਨੂੰ। ਉਹ ਸਿੱਧੀਆਂ ਪ੍ਰਾਪਤ ਕਰਕੇ ਸਾਧਨਾ ਕਰਕੇ ਸ਼ਕਤੀਆਂ ਪ੍ਰਾਪਤ ਕਰ ਸਕਦਾ ਹੈ, ਕੋਈ ਸਮਾਂ ਸੁਖ ਦੀ ਪ੍ਰਾਪਤੀ ਕਰ ਸਕਦਾ, ਲੋਕਾਂ ਨੂੰ ਮਗਰ ਲਾ ਸਕਦਾ ਹੈ। ਲੇਖ ਨਹੀਂ ਕਿਸੇ ਵਾਸਤੇ ਉਹ ਕਿਸੇ ਦੇ ਮੇਟ ਸਕਦਾ। ਉਹ ਤੇ ਆਪ ਭਰਮ ਦੇ ਵਿੱਚ ਭੁੱਲਾ ਹੋਇਆ ਜੰਮਦਾ ਤੇ ਮਰਦਾ ਹੈ। ਕਿਉਂ? ਕਰਕੇ ਸਿੱਧੀਆਂ ਪ੍ਰਾਪਤ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕਹੇ ਨਾ, ਰਿੱਧ ਸਿੱਧ ਅਵਰਾ ਸਾਧ, ਇਹਨਾਂ ਦਾ ਹੋਰ ਤਰ੍ਹਾਂ ਦਾ ਹੀ ਸਵਾਦ ਹੈ। ਜੋ ਨਾਮ ਦਾ ਰਸ ਹੈ ਉਹ ਵੱਖਰਾ ਹੈ। ਮਹਾਰਾਜ ਕਹਿੰਦੇ ਕਿ ਜੇ ਕੋਈ ਆਪਣੇ ਆਪ ਦੇ ਵਿੱਚ ਸ਼ਕਤੀਆਂ ਪ੍ਰਾਪਤ ਕਰਕੇ ਸਾਧਨਾ ਕਰਕੇ ਆਪਣੇ ਆਪ ਨੂੰ ਵੱਡਾ ਕਹਾਵੇ,
ਕਿ ਸਾਰਾ ਕੁਝ ਮੈਂ ਹੀ ਹਾਂ। ਜਿਸ ਤਰ੍ਹਾਂ ਹਰਨਾਕਸ਼ ਵਰਗਿਆਂ ਨੇ ਕਹਾਇਆ ਸੀ, ਸਿੱਧ ਕਹਾਉਂਦੇ ਸਨ। ਮਹਾਰਾਜ ਕਹਿੰਦੇ ਉਹ ਭਰਮੇ ਭੂਲਾ ਆਵੇ ਜਾਏ, ਭਰਮ ਦੇ ਵਿੱਚ ਭੁੱਲੇ ਹੋਏ ਨੇ ਤੇ ਜੰਮਣ ਤੇ ਮਰਨ ਦੇ ਚੱਕਰ ਵਿੱਚ ਪੈ ਜਾਣਗੇ, ਨਰਕਾਂ ਵਿੱਚ ਪੈ ਜਾਣਗੇ। ਇਸ ਤਰ੍ਹਾਂ ਕਰਨ ਵਾਲੇ ਸਤਿਗੁਰ ਸੇਵੈ ਸੋ ਜਨ ਬੂਝੈ। ਮਹਾਰਾਜ ਕਹਿਣ ਲੱਗੇ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਆ ਨਾ, ਉਹ ਪਰਮੇਸ਼ਰ ਨੂੰ ਬੁੱਝ ਲੈਂਦੇ, ਪਰਮੇਸ਼ਰ ਨੂੰ ਜਾਣ ਲੈਂਦੇ ਆ। ਨਿਮਾਣਾ ਹੋ ਕਰਕੇ ਜੋ ਸੇਵਾ ਕਰੇ, ਕਿਉਂ ਕਰਕੇ ਸੋ ਜਨ ਬੂਝੇ, ਉਹਨੂੰ ਪਤਾ ਹੈ, ਇਸ ਗੱਲ ਦੀ ਸੋਝੀ ਹੈ ਕਿ ਸਤਿਗੁਰ ਸੇਵਿਆ ਸਦਾ ਸੁਖ, ਕਿ ਸਤਿਗੁਰਾਂ ਦੀ ਸੇਵਾ ਕਰਨ ਦੇ ਨਾਲ ਸਦਾ ਸੁਖ ਦੀ ਪ੍ਰਾਪਤੀ ਹੈ, ਮੁਕਤੀ ਦੀ ਪ੍ਰਾਪਤੀ ਹੈ। ਤੇ ਜਨਮ ਮਰਨ ਦੁੱਖ ਜਾਏ, ਜੋ ਜਨਮ ਤੇ ਮਰਨ ਦਾ ਦੁੱਖ ਹੈ ਇਹ ਵੀ ਸੇਵਾ ਦੇ ਨਾਲ ਜਾਵੇਗਾ, ਸੇਵਾ ਦੇ ਨਾਲ ਦੂਰ ਹੋਵੇਗਾ। ਫਿਰ ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ, ਸੋ ਜਨ ਬੂਝੈ। ਉਹਨਾਂ ਨੂੰ ਪਤਾ ਕਿ ਮੂਲ ਥੋੜੀ ਮਾਤਰੀ ਚਿੰਤਾ ਨਹੀਂ ਹੋਵੇਗੀ। ਜੋ ਅਚਿੰਤ ਪਰਮੇਸ਼ਰ ਹੈ, ਸਾਰੀਆਂ ਚਿੰਤਾ ਨੂੰ ਦੂਰ ਕਰਨ ਵਾਲਾ ਹੈ, ਉਹ ਮਨ ਦੇ ਵਿੱਚ ਆ ਕਰਕੇ ਵਸ ਜਾਵੇਗਾ। ਸਤਿਗੁਰ ਸੇਵੇ ਸੋ ਜਨ ਬੂਝੇ, ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ, ਉਹ ਪਰਮੇਸ਼ਰ ਨੂੰ ਬੁੱਝ ਲੈਂਦੇ ਨੇ, ਜਾਣ ਲੈਂਦੇ ਨੇ। ਸਤਿਗੁਰਾਂ ਦੀ ਕਿਰਪਾ ਦੁਆਰਾ ਸੇਵਾ ਕਰਕੇ ਉਹ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਤੇ ਕਿਰਪਾ ਦੇ ਦੁਆਰਾ ਉਹ ਪਰਮੇਸ਼ਰ ਨੂੰ ਬੁੱਝ ਲੈਂਦੇ ਨੇ, ਜਾਣ ਲੈਂਦੇ ਨੇ। ਹਉਮੈ ਮਾਰੇ ਤਾਂ ਦਰ ਸੂਝੈ, ਕਿਉਂ ਕਰਕੇ ਉਹ ਸੇਵਾ ਕਰਦਿਆਂ ਕਰਦਿਆਂ ਸਤਿਗੁਰਾਂ ਦੇ ਉਪਦੇਸ਼ ਦੇ ਦੁਆਰਾ ਹਉਮੈ ਨੂੰ ਮਾਰ ਲੈਂਦੇ ਨੇ, ਹੰਕਾਰ ਨੂੰ ਵੀ ਦੂਰ ਕਰ ਲੈਂਦੇ ਨੇ। ਤੇ ਤਾਂ ਉਹਨਾਂ ਨੂੰ ਜੋ ਗਿਆਨ ਦਾ ਦਰਵਾਜ਼ਾ ਉਹ ਸੁੱਝਦਾ ਹੈ, ਮੁਕਤੀ ਦਾ ਦਰਵਾਜ਼ਾ ਸੁੱਝਦਾ ਹੈ। ਉਹ ਤਾਂ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ, ਪਰ ਮਹਾਰਾਜ ਕਹਿੰਦੇ ਹੈ ਵਿਰਲੇ, ਸਾਰੇ ਨਹੀਂ ਸਤਿਗੁਰਾਂ ਦੀ ਸੇਵਾ ਕਰ ਸਕਦੇ। ਕਿਉਂਕਿ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ, ਗੁਰੂਆਂ ਦੀ ਚਾਕਰੀ ਕਰਨੀ, ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ, ਇਹ ਹੈ ਬੜੀ ਔਖੀ। ਤੇ ਪਰ ਜੇ ਕੋਈ ਕਰ ਲਵੇ ਤੇ ਇਹ ਸੁਖਾਂ ਦੀ, ਸਾਰੇ ਸੁਖਾਂ ਦਾ ਤੱਤ ਹੈ, ਸਾਰਿਆਂ ਸੁਖਾਂ ਦੇ ਵਿੱਚੋਂ ਵੱਡਾ ਸੁਖ ਹੈ। ਹਉਮੈ ਮਮਤਾ ਮਾਰ ਕੇ ਹਰ ਰੱਖਿਆ ਔਰ ਧਾਰ, ਉਹ ਫਿਰ ਹਉਮੈ ਤੇ ਮਮਤਾ ਨੂੰ ਮਾਰ ਕਰਕੇ ਤੇ ਹਰੀ ਪਰਮੇਸ਼ਰ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰੱਖਦੇ ਨੇ। ਮਹਾਰਾਜ ਕਹਿੰਦੇ ਫਿਰ ਸਤਿਗੁਰਾਂ ਦੀ ਸੇਵਾ ਜਿਹੜੇ ਕਰਦੇ ਨੇ ਉਹ ਪਰਮੇਸ਼ਰ ਨੂੰ ਬੁੱਝ ਲੈਂਦੇ ਨੇ, ਜਾਣ ਲੈਂਦੇ ਨੇ। ਕਿਉਂ ਕਰਕੇ ਸੇਵਾ ਕਰਦਿਆਂ ਕਰਦਿਆਂ ਹਉਮੈ ਮਾਰੇ, ਉਹਨਾਂ ਨੇ ਆਪਣੇ ਹੰਕਾਰ ਨੂੰ ਮਾਰ ਲਿਆ ਹੈ, ਹੰਕਾਰ ਨੂੰ ਦੂਰ ਕਰ ਲਿਆ ਹੈ। ਤੇ ਤਾਂ ਉਹਨਾਂ ਨੂੰ ਗਿਆਨ ਦਾ ਦਰਵਾਜ਼ਾ ਜਿਹਾ ਸੁੱਝਾ ਹੈ, ਤਾਂ ਉਹਨਾਂ ਨੂੰ ਮੁਕਤੀ ਦੀ ਸੋਝੀ ਹੋਈ ਹੈ, ਤਾਂ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀ ਸੋਝੀ ਹੋਈ ਹੈ। ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ, ਸੇਵਾ ਕਰਕੇ ਜੋ ਕਿਰਪਾ ਦੇ ਪਾਤਰ ਬਣ ਗਏ, ਉਹਨਾਂ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿੱਤੀ ਹੈ। ਉਹਨਾਂ ਦੇ ਜੋ ਸਤਿਗੁਰਾਂ ਨੇ ਲਿਖੇ ਹੋਏ ਮੱਥੇ ਤੇ ਲੇਖ ਸੀ, ਉਹ ਸਤਿਗੁਰਾਂ ਨੇ ਸਖੈਨ ਤਰੀਕੇ ਦੇ ਨਾਲ ਭੁਗਤਾ ਦੇਣਾ ਕੀਤੇ ਹੈ। ਇਹ ਸਤਿਗੁਰੂ ਜੀ ਕਿਰਪਾ ਕਰਦੇ ਆ, ਨਾਮ ਦੀ ਦਾਤ ਬਖਸ਼ਦੇ ਹੈ, ਸਿਮਰਨ ਦੀ ਦਾਤ ਬਖਸ਼ਦੇ ਹੈ, ਤਾਂ ਹੀ ਮੁਕਤੀ ਦਾ ਦੁਆਰਾ ਸੁੱਝਦਾ ਤੇ ਹੰਕਾਰ ਦੂਰ ਹੁੰਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਵਿੱਚ ਉਪਦੇਸ਼ ਬਖਸ਼ ਰਹੇ ਸਨ। ਅੱਜ ਜੋ ਸਤਿਗੁਰਾਂ ਦਾ ਸ਼ਬਦ ਸੀ, 2 ਪੌੜੀਆਂ ਤੱਕ ਆਪਾਂ ਵਿਚਾਰ ਕੀਤੀ ਹੈ। ਇਸ ਤੋਂ ਅੱਗੇ ਆਪਾਂ ਕੱਲ੍ਹ ਨੂੰ ਵਿਚਾਰ ਕਰਨ ਦਾ ਯਤਨ ਕਰਾਂਗੇ। ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਅਨੁਸਾਰ ਬੇਨਤੀਆਂ ਕੀਤੀਆਂ ਹੈ। ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੈ। ਆਪ ਸਰਬੱਤ ਸੰਗਤ ਗੁਰੂ ਸਾਹਿਬ ਬਖਸ਼ਣ ਜੋਗ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ। ਆਓ ਹੁਣ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ, ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਕਰੀਏ। ਸਤਿਗੁਰ ਸੇਵੈ ਸੋ ਜਨ ਬੂਝੈ, ਹਉਮੈ ਮਾਰੇ ਤਾਂ ਦਰ ਸੂਝੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਦ ਹਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋਵੇ ਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹਾ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਨੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੈ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਾਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਅਨੰਦ ਸੁਨੋ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵੇ ਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ। ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ। ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।